प्यारे बच्चों, इस वीडियो ਦੇ ਵਿੱਚ ਅਸੀਂ 10ਵੀਂ ਕਲਾਸ ਦੇ ਚੈਪਟਰ ਨੰਬਰ 7 ਦੇ ਨਾਲ ਸੰਬੰਧਿਤ ਸਵਾਲ ਕਰਾਂਗੇ ਤੇ ਇਹਨਾਂ ਪ੍ਰਸ਼ਨਾਂ ਦੇ ਵਿੱਚ ਅਸੀਂ ਦੂਰੀ ਸੂਤਰ ਦੀ ਵਰਤੋਂ ਕਰਨੀ ਸਿੱਖਾਂਗੇ। ਆਓ ਸਭ ਤੋਂ ਪਹਿਲਾਂ ਸਮਝ ਲੈਂਦੇ ਹਾਂ ਕਿ ਕਿਸ ਤਰ੍ਹਾਂ ਦੇ ਪ੍ਰਸ਼ਨ ਹੁੰਦੇ ਨੇ ਜਿੱਥੇ ਅਸੀਂ ਦੂਰੀ ਸੂਤਰ ਲਗਾਉਣਾ ਹੁੰਦਾ ਹੈ ਤੇ ਫਿਰ ਅਸੀਂ ਦੂਰੀ ਸੂਤਰ ਨੂੰ ਵੀ ਸਮਝਣ ਦੀ ਕੋਸ਼ਿਸ਼ ਕਰਾਂਗੇ। ਤਾਂ ਫਿਰ ਸ਼ੁਰੂ ਕਰਦੇ ਹਾਂ। ਦੇਖੋ, ਇੱਥੇ ਸਾਨੂੰ ਪੁੱਛਿਆ ਜਾ ਰਿਹਾ ਪ੍ਰਸ਼ਨ ਦੇ ਵਿੱਚ ਕਿ ਬਿੰਦੂਆਂ 2,3 ਅਤੇ 4,1 ਵਿਚਕਾਰ ਦੂਰੀ ਪਤਾ ਕਰੋ। ਹੁਣ ਇਹ ਜਿਹੜੇ ਬਿੰਦੂ ਨੇ ਇਹ ਸਾਨੂੰ ਕਾਰਟੇਸ਼ੀਅਨ ਤਲ ਦੇ ਉੱਤੇ ਦਿੱਤੇ ਹੋਏ ਬਿੰਦੂ ਨੇ। ਅਸੀਂ ਪਿਛਲੀ ਕਲਾਸ ਦੇ ਵਿੱਚ ਕਾਰਟੇਸ਼ੀਅਨ ਤਲ ਦੇ ਉੱਤੇ ਬਿੰਦੂਆਂ ਨੂੰ ਲਗਾਉਣਾ ਸਿੱਖਿਆ ਸੀ। ਤਾਂ ਇੱਥੇ ਸਾਨੂੰ ਪ੍ਰਸ਼ਨ ਇਹ ਪੁੱਛ ਰਿਹਾ ਹੈ ਕਿ ਜੇ ਅਸੀਂ ਕਾਰਟੇਸ਼ੀਅਨ ਤਲ ਦੇ ਉੱਤੇ ਇੱਕ ਬਿੰਦੂ 2,3 ਅਤੇ ਦੂਜਾ ਬਿੰਦੂ 4,1 ਲਈਏ ਤਾਂ ਇਹਨਾਂ ਦੇ ਵਿਚਕਾਰ ਦੂਰੀ ਕਿੰਨੀ ਹੋਏਗੀ। ਦੇਖੋ, ਅਸੀਂ ਪਿਛਲੀ ਕਲਾਸ ਦੇ ਵਿੱਚ ਇਸ ਤਰ੍ਹਾਂ ਸਿੱਖਿਆ ਸੀ, ਅਸੀਂ ਧੁਰੇ ਬਣਾਉਂਦੇ ਸੀ, ਕਾਰਟੇਸ਼ੀਅਨ ਤਲ ਬਣਾਉਂਦੇ ਸੀ, ਉੱਥੇ x ਅਤੇ y ਧੁਰੇ ਬਣਾ ਕੇ ਅਸੀਂ ਬਿੰਦੂ ਲਗਾਉਂਦੇ ਸੀ। ਜੇ ਅਸੀਂ ਬਿੰਦੂ 2,3 ਲੱਭੀਏ ਤਾਂ ਸਾਨੂੰ ਬਿੰਦੂ 2,3 ਇੱਥੇ ਮਿਲਦਾ ਹੈ ਤੇ ਇਸੇ ਤਰ੍ਹਾਂ ਹੀ ਬਿੰਦੂ 4,1 ਸਾਨੂੰ ਇੱਥੇ ਮਿਲਦਾ ਹੈ। ਹੁਣ ਇਹਨਾਂ ਦੇ ਵਿਚਕਾਰ ਦੂਰੀ ਦਾ ਮਤਲਬ ਇਹ ਹੋਇਆ ਕਿ ਇਹਨਾਂ ਦੋਵੇਂ ਬਿੰਦੂਆਂ ਨੂੰ ਇੱਕ ਸਿੱਧੀ ਰੇਖਾ ਨਾਲ ਜੇ ਅਸੀਂ ਸਕੇਲ ਦੇ ਨਾਲ ਮਿਲਾਈਏ ਤਾਂ ਇਹਨਾਂ ਦੇ ਵਿਚਕਾਰ ਦੂਰੀ ਕਿੰਨੀ ਹੋਏਗੀ। ਹੁਣ ਇੱਥੇ ਜੇ ਅਸੀਂ ਸੈਂਟੀਮੀਟਰ ਦੀ ਗ੍ਰਾਫ ਦੀ ਵਰਤੋਂ ਕਰਦੇ ਹਾਂ ਤਾਂ ਜਿਹੜੀ ਦੂਰੀ ਹੈ ਉਹ ਸੈਂਟੀਮੀਟਰਾਂ ਦੇ ਵਿੱਚ ਆਏਗੀ। ਜੇ ਇੰਚ ਵਾਲੀਆਂ ਡੱਬੀਆਂ ਅਸੀਂ ਇੰਚ ਵਾਲੇ ਸਕੁਅਰਸ ਲੈ ਲਈਏ ਤਾਂ ਇਹ ਜਿਹੜੀ ਦੂਰੀ ਹੈ ਇਹ ਇੰਚਾਂ ਦੇ ਵਿੱਚ ਆਏਗੀ। ਹੁਣ ਇੱਥੇ ਸਾਨੂੰ ਨਹੀਂ ਦੱਸਿਆ ਗਿਆ ਕਿ ਅਸੀਂ ਕਿਸ ਤਰ੍ਹਾਂ ਦੇ ਗ੍ਰਾਫ ਪੇਪਰ ਦੇ ਉੱਤੇ ਇਹ ਬਿੰਦੂ ਲਗਾ ਰਹੇ ਹਾਂ, ਤਾਂ ਅਸੀਂ ਦੂਰੀ ਦੇ ਨਾਲ ਕੋਈ ਵੀ ਇਕਾਈ ਨਹੀਂ ਲਿਖਾਂਗੇ, ਅਸੀਂ ਸਿਰਫ ਲਿਖ ਦੇਵਾਂਗੇ ਇਕਾਈਆਂ। ਉਸ ਦਾ ਮਤਲਬ ਹੋਏਗਾ ਕਿ ਜਿਹੜੀ ਵੀ ਇਕਾਈ ਗ੍ਰਾਫ ਪੇਪਰ ਤੇ ਵਰਤੀ ਗਈ ਹੈ ਉਸੇ ਇਕਾਈ ਦੇ ਵਿੱਚ ਸਾਡਾ ਆਨਸਰ ਹੈ। ਇਹ ਤਾਂ ਹੋ ਗਿਆ ਕਿ ਦੂਰੀ ਸੂਤਰ ਕਰਦਾ ਕੀ ਹੈ। ਦੂਰੀ ਸੂਤਰ ਸਾਨੂੰ ਦੱਸਦਾ ਹੈ ਦੋ ਬਿੰਦੂਆਂ ਦੇ ਵਿਚਕਾਰ ਦੂਰੀ। ਹੁਣ ਅਸੀਂ ਇਹ ਸਮਝਦੇ ਹਾਂ ਕਿ ਦੂਰੀ ਸੂਤਰ ਕਿਸ ਤਰ੍ਹਾਂ ਦਾ ਹੁੰਦਾ ਹੈ। ਜੇ ਸਾਨੂੰ ਦੋ ਬਿੰਦੂ x1 y1 ਅਤੇ x2 y2 ਦਿੱਤੇ ਹੋਣ ਤਾਂ ਇਹਨਾਂ ਦੇ ਵਿਚਕਾਰ ਜਿਹੜੀ ਦੂਰੀ d ਹੈ ਉਹ ਅਸੀਂ ਇਸ ਸੂਤਰ ਨਾਲ ਪਤਾ ਕਰਦੇ ਹਾਂ। ਉਹ ਸੂਤਰ ਹੁੰਦਾ ਹੈ d ਬਰਾਬਰ ਵਰਗਮੂਲ x2 ਮਾਈਨਸ x1। ਅਸੀਂ x2 ਦੇ ਵਿੱਚੋਂ x1 ਨੂੰ ਮਾਈਨਸ ਕਰਾਂਗੇ, ਇਸ ਦਾ ਅਸੀਂ ਸਕੁਆਇਰ ਕਰਾਂਗੇ, ਪਲੱਸ y2 ਦੇ ਵਿੱਚੋਂ y1 ਮਾਈਨਸ ਕਰਾਂਗੇ, y2 ਮਾਈਨਸ y1 ਹੋਲ ਸਕੁਆਇਰ। ਅਸੀਂ ਕਿਸੇ ਵੀ ਦੋ ਬਿੰਦੂਆਂ ਦੇ ਵਿਚਕਾਰ ਦੂਰੀ ਇਸ ਸੂਤਰ ਦੀ ਵਰਤੋਂ ਕਰਕੇ ਪਤਾ ਕਰ ਸਕਦੇ ਹਾਂ। ਹੁਣ ਇੱਥੇ ਦੇਖੋ, ਸਾਨੂੰ ਪ੍ਰਸ਼ਨ ਦੇ ਵਿੱਚ ਪੁੱਛਿਆ ਗਿਆ ਹੈ ਬਿੰਦੂਆਂ 2,3 ਅਤੇ 4,1 ਵਿਚਕਾਰ ਦੂਰੀ ਪਤਾ ਕਰੋ। ਤਾਂ ਜਿਹੜਾ ਪਹਿਲਾ ਬਿੰਦੂ ਹੋਏਗਾ ਇਸ ਦੇ ਨਿਰਦੇਸ਼ਾਂਕਾਂ ਨੂੰ ਅਸੀਂ ਲਿਖ ਲਵਾਂਗੇ ਕਿ ਇਹ ਸਾਡੇ ਕੋਲੇ x1 y1 ਦੀਆਂ ਕੀਮਤਾਂ ਹਨ। ਤੇ ਜਿਹੜਾ ਦੂਜਾ ਬਿੰਦੂ ਦਿੱਤਾ ਹੈ ਇਸ ਦੇ ਨਿਰਦੇਸ਼ਾਂਕਾਂ ਨੂੰ ਅਸੀਂ ਲਿਖ ਲਵਾਂਗੇ ਕਿ ਇਹ ਸਾਡੇ ਕੋਲੇ x2 y2 ਦੀਆਂ ਕੀਮਤਾਂ ਹਨ। ਤਾਂ ਹੁਣ ਇਹ ਦੋਵੇਂ ਬਿੰਦੂਆਂ ਦੇ ਵਿਚਕਾਰ ਦੂਰੀ ਕਿੰਨੀ ਹੋਏਗੀ, ਤਾਂ ਅਸੀਂ ਸੂਤਰ ਲਗਾਉਂਦੇ ਹਾਂ d ਬਰਾਬਰ ਵਰਗਮੂਲ x2 ਮਾਈਨਸ x1 ਹੋਲ ਸਕੁਆਇਰ ਪਲੱਸ y2 ਮਾਈਨਸ y1 ਹੋਲ ਸਕੁਆਇਰ। ਇਸ ਦੂਰੀ ਸੂਤਰ ਨੂੰ ਤੁਸੀਂ ਯਾਦ ਕਰ ਲੈਣਾ ਹੈ ਤੇ ਜਿਹੜੇ ਵੀ ਦੋ ਬਿੰਦੂਆਂ ਦੇ ਵਿਚਕਾਰ ਅਸੀਂ ਦੂਰੀ ਪਤਾ ਕਰਨੀ ਹੋਵੇ ਉਹਨਾਂ ਦੇ ਨਿਰਦੇਸ਼ਾਂਕਾਂ ਨੂੰ ਪਹਿਲੇ ਬਿੰਦੂ ਨੂੰ x1 y1 ਤੇ ਦੂਜੇ ਬਿੰਦੂ ਨੂੰ x2 y2 ਲਿਖੋ ਅਤੇ ਇਸ ਫਾਰਮੂਲੇ ਦੇ ਵਿੱਚ ਅਸੀਂ ਕੀਮਤਾਂ ਨੂੰ ਭਰਾਂਗੇ। ਵਰਗਮੂਲ x2 ਸਾਡੇ ਕੋਲ ਕਿੰਨਾ ਹੈ, x2 ਹੈ ਸਾਡੇ ਕੋਲ 4, ਤਾਂ ਅਸੀਂ ਲਿਖਦੇ ਹਾਂ 4 ਮਾਈਨਸ x1 ਕਿੰਨਾ ਸਾਡੇ ਕੋਲ 2, ਤਾਂ ਇਹ ਬਣ ਗਿਆ 4 ਮਾਈਨਸ 2 ਸਕੁਆਇਰ। ਤੁਸੀਂ ਇੱਦਾਂ ਡਾਇਗਰਾਮ ਨਾਲ ਵੀ ਯਾਦ ਕਰ ਸਕਦੇ ਹੋ ਕਿ ਅਸੀਂ x2 ਦੇ ਵਿੱਚੋਂ x1 ਨੂੰ ਮਾਈਨਸ ਕਰਨਾ ਹੈ ਤੇ y2 ਦੇ ਵਿੱਚੋਂ y1 ਨੂੰ ਮਾਈਨਸ ਕਰਨਾ ਹੈ। ਉਸ ਤੋਂ ਬਾਅਦ ਪਲੱਸ ਆ ਗਿਆ, ਅਸੀਂ ਪਲੱਸ ਪਾ ਦਿੱਤਾ, ਫਿਰ y2 ਮਾਈਨਸ y1 ਦਾ ਸਕੁਆਇਰ ਕਰਨਾ ਹੈ ਤੇ y2 ਸਾਡੇ ਕੋਲੇ ਹੈ 1 ਤੇ y1 ਸਾਡੇ ਕੋਲੇ ਹੈ 3, ਤਾਂ ਇਹ ਬਣ ਗਿਆ 1 ਮਾਈਨਸ 3 ਦਾ ਸਕੁਆਇਰ। ਇਸ ਨੂੰ ਹੁਣ ਅਸੀਂ ਹੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਤਾਂ ਇਹ ਬਣਿਆ ਵਰਗਮੂਲ 4 ਮਾਈਨਸ 2 ਦਾ ਮਤਲਬ ਹੋਇਆ ਸਾਡੇ ਕੋਲੇ 2 ਦਾ ਸਕੁਆਇਰ ਅਤੇ 1 ਮਾਈਨਸ 3 ਮਤਲਬ ਹੋਇਆ ਮਾਈਨਸ 2 ਤੇ ਮਾਈਨਸ 2 ਦਾ ਸਕੁਆਇਰ। ਇਸ ਨੂੰ ਅਸੀਂ ਅੱਗੇ ਹੱਲ ਕਰ ਦਿੰਦੇ ਹਾਂ। ਇਹ ਬਣ ਗਿਆ 2 ਦਾ ਸਕੁਆਇਰ 4 ਪਲੱਸ ਤੇ ਮਾਈਨਸ 2 ਦਾ ਸਕੁਆਇਰ ਵੀ 4 ਹੀ ਆਏਗਾ, ਕਿਉਂਕਿ ਜੇ ਅਸੀਂ ਮਾਈਨਸ ਦੇ ਨਿਸ਼ਾਨ ਦੀ ਜਿਸ ਘਾਤ ਕਰੀਏ ਤਾਂ ਉਹ ਹਮੇਸ਼ਾ ਪਲੱਸ ਦੇ ਨਿਸ਼ਾਨ ਵਿੱਚ ਬਦਲ ਜਾਂਦਾ ਹੈ। ਤਾਂ ਇੱਥੇ ਮਾਈਨਸ 2 ਦਾ ਸਕੁਆਇਰ ਸਾਡੇ ਕੋਲੇ ਹੋਏਗਾ 4। 4 ਤੇ 4 ਨੂੰ ਅਸੀਂ ਜੋੜ ਦਿੰਦੇ ਹਾਂ, ਇਹ ਸਾਡੇ ਕੋਲੇ ਆਏਗਾ ਵਰਗਮੂਲ 8। ਹੁਣ ਵਰਗਮੂਲ 8 ਨੂੰ ਤੁਸੀਂ ਅੱਗੇ ਵੀ ਹੱਲ ਕਰ ਸਕਦੇ ਹੋ। 8 ਦੇ ਮੈਂ ਗੁਣਨਖੰਡ ਕਰ ਦਿੰਦਾ ਹਾਂ, 2 ਦੂਣੀ 4 ਦੂਣੀ 8। ਤਾਂ ਵਰਗਮੂਲ ਕਰਨ ਵੇਲੇ ਅਸੀਂ ਰਕਮਾਂ ਦੇ ਜੋੜੇ ਬਣਾ ਦਿੰਦੇ ਹਾਂ ਤੇ ਜਿਹੜੀਆਂ ਰਕਮਾਂ ਦੇ ਜੋੜੇ ਬਣਦੇ ਹਨ ਉਹ ਵਰਗਮੂਲ ਤੋਂ ਬਾਹਰ ਆ ਜਾਂਦੀ ਹੈ
ਤੇ ਜਿਹੜੀ ਰਕਮ ਦੇ ਜੋੜੇ ਨਹੀਂ ਬਣਦੇ ਉਹ ਵਰਗਮੂਲ ਦੇ ਅੰਦਰ ਰਹਿ ਜਾਂਦੀ। ਤਾਂ ਇਹ ਸਾਡੇ ਕੋਲ ਆਇਆ 2 ਵਰਗਮੂਲ 2। ਅੱਗੇ ਅਸੀਂ ਲਿਖ ਦੇਵਾਂਗੇ ਯੂਨਿਟਸ ਜਾਂ ਇਕਾਈਆਂ। ਤੇ ਇਹੀ ਸਾਡਾ ਆਨਸਰ ਹੋਏਗਾ। ਇਸ ਦਾ ਮਤਲਬ ਇਹ ਹੋਇਆ ਕਿ ਬਿੰਦੂਆਂ 2,3 ਅਤੇ 4,1 ਦੇ ਵਿਚਕਾਰ ਦੂਰੀ ਸਾਡੀ ਹੈ 2 ਵਰਗਮੂਲ 2 ਇਕਾਈਆਂ। ਮੈਂ ਉਮੀਦ ਕਰਦਾ ਹਾਂ ਕਿ ਤੁਹਾਨੂੰ ਦੋ ਬਿੰਦੂਆਂ ਦੇ ਵਿਚਕਾਰ ਦੂਰੀ ਸੂਤਰ ਦੀ ਵਰਤੋਂ ਕਰਕੇ ਦੂਰੀ ਪਤਾ ਕਰਨੀ ਸਮਝ ਆ ਗਈ ਹੋਵੇਗੀ। ਥੈਂਕ ਯੂ।